एफसीआई वालों किसानों ਨੂੰ फसल की सीधी अदायगी के फैसले का हुण विरोध होना शुरू हो गया। आड़तियां ने एफसीआई के खिलाफ मोर्चा खोल दिता है। आड़तियां वालों 1 अप्रैल ਨੂੰ मंडियां बंद करके दिल्ली 'ਚ धरना देने का ऐलान कर दिता गया। एफसीआई ਦੀਆਂ ਨੀਤੀਆਂ ਦੇ ਨਾਲ किसान ਤੇ ਆੜਤੀਆਂ ਦੋਹਾਂ ਨੂੰ ਨੁਕਸਾਨ ਹੋਵੇਗਾ, ਇਹ ਕਹਿਣਾ ਹੈ ਜਗਜੀਤ ਸਿੰਘ ਦਾ। ਤੁਹਾਨੂੰ ਦੱਸ ਦਈਏ, ਸਰਕਾਰ ਵੱਲੋਂ ਇਹ ਫੈਸਲਾ ਨਿਕਲ ਕੇ ਸਾਹਮਣੇ ਆਇਆ ਸੀ ਕਿ ਹੁਣ ਆੜਤੀਆਂ ਦੇ ਰਾਹੀਂ ਨਹੀਂ ਸਗੋਂ बैंक खात्यां दे विच पेमेंटां दित्तियां जाणगीਆਂ, फसल की अदायगी की जाएगी। पर इसे गल का हुण विरोध हो रहा। एफसीआई वालों किसानों को फसल की सीधी अदायगी के फैसले का विरोध आड़तियां ने करना शुरू कर दिता है। आड़तियां वालों 1 अप्रैल ਨੂੰ मंडियां बंद करके दिल्ली 'ਚ धरना देने का ऐलान भी कर दिता गया। तो की है पूरा माजरा, की है पूरा मसला, विखाउने तुहानूं एक रिपोर्ट दे राਹੀਂ। किसान तो बाद केंद्र के निशाने ते आड़तियां दे ढिड ते लत मारन की तैयारी। छोटे किसानां नाल भी होवेगा धक्का। एफसीआई दे नवे हुक्म दा विरोध शुरू। फूड कॉरपोरेशन ऑफ इंडिया भारत सरकार दी ओ एजेंसी जो कणक अते झोने दी सरकारी खरीद करदी है, पर इस एजेंसी ने हुण पंजाब दे छोटे किसानां अते आड़तियां दी ढिड ते लत मारन दा फरमान सुना दिता। एफसीआई दे पंजाब दे दफ्तर वालों खुराक सिविल सप्लाई ਅਤੇ ਖਪਤਕਾਰ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੀ ਮੰਗ ਕੀਤੀ ਗਈ ਹੈ, ਤਾਂ ਜੋ ਹਾੜੀ ਦੀਆਂ ਫਸਲਾਂ ਦੀ ਖਰੀਦ ਸਿੱਧੇ ਕਿਸਾਨਾਂ ਤੋਂ ਕਰਕੇ ਉਸ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਬੈਂਕ ਅਕਾਊਂਟਾਂ ਵਿੱਚ ਕੀਤੀ ਜਾ ਸਕੇ। ਡਾਇਰੈਕਟਰ ਨੂੰ ਕਿਹਾ ਗਿਆ ਕਿ ਰਬੀ ਦੀ ਫਸਲ ਦੀ ਵਿਕਰੀ ਤੋਂ ਪਹਿਲਾਂ ਅਨਾਜ ਖਰੀਦ ਪੋਰਟਲ ਤੇ ਜ਼ਮੀਨ ਦੇ ਰਿਕਾਰਡ ਨੂੰ ਅਪਡੇਟ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਰਿਕਾਰਡ ਪੜਤਾਲ ਲਈ ਕਿੱਥੇ ਲੱਭਿਆ ਜਾ ਸਕਦਾ ਹੈ, ਉਸ ਦੀ ਜਾਣਕਾਰੀ ਵੀ ਮੰਗੀ ਗਈ ਹੈ। ਅਜਿਹਾ ਹੋਣ ਨਾਲ ਇੱਕ ਪਾਸੇ ਆੜਤੀਆਂ ਦਾ ਕੰਮਕਾਜ ਠੱਪ ਹੋਣ ਦੇ ਕਿਨਾਰੇ ਪਹੁੰਚ ਜਾਏਗਾ ਤੇ ਦੂਜੇ ਪਾਸੇ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਫਸਲ ਦੀ ਸਰਕਾਰੀ ਖਰੀਦ ਨਹੀਂ ਹੋ ਸਕੇਗੀ। ਇਹੀ ਵਜ੍ਹਾ ਹੈ ਕਿ ਪੰਜਾਬ ਦੀ ਆੜਤੀ ਐਸੋਸੀਏਸ਼ਨ ਵੱਲੋਂ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਜਾਇਆ ਗਿਆ ਅਤੇ ਇਸ ਦੇ ਨਾਲ ਹੀ 1 ਅਪ੍ਰੈਲ ਤੋਂ ਮੰਡੀਆਂ ਬੰਦ ਕਰਕੇ ਕਿਸਾਨੀ ਮੋਰਚੇ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਸਾਡੇ ਦੇਸ਼ ਦੇ ਜਿਹੜਾ ਖੇਤੀਬਾੜੀ ਦਾ ਢਾਂਚਾ ਨਾ, ਆੜਤੀ ਤੇ ਕਿਸਾਨ ਦੇ ਸੰਬੰਧ ਹੈ, ਉਹਨੂੰ ਇਹ ਖਰਾਬ ਕਰਨ ਦਾ ਇੱਕ ਯਤਨ ਹੈ। ਕਿਉਂਕਿ ਜਿਹੜੇ ਲੋਕ ਬਹੁਤ ਸੰਮਤੀ ਪੜ੍ਹ ਲਿਖ ਗਏ, ਜਿਨ੍ਹਾਂ ਦੇ ਪਾਸ ਜ਼ਮੀਨਾਂ ਹੈ, ਉਹ ਖੇਤੀ ਦਾ ਕੰਮ ਛੱਡ ਕੇ ਲਾਹੇਵੰਦ ਧੰਦਾ ਨਹੀਂ ਹੋਣ ਕਰਕੇ ਉਹ ਆਪਣੀਆਂ ਜ਼ਮੀਨਾਂ ਠੇਕੇ ਤੇ ਦੇ ਦਿੰਦੇ। ਜਿਹੜਾ ਕਿਸਾਨ ਹੈ ਜਿਹਦੇ ਕੋਲ ਆਪਦੀ ਜ਼ਮੀਨ ਘੱਟ ਹੈ, ਉਹ ਆਪਦੇ ਰੁਜ਼ਗਾਰ ਪੈਦਾ ਕਰਨ ਦੇ ਵਾਸਤੇ ਠੇਕੇ ਤੇ ਲੈ ਕੇ ਜ਼ਮੀਨ ਵੇਚਦਾ। ਉਸ ਧੰਦੇ ਨੂੰ ਇਹ ਬਰਬਾਦ ਕਰਨ ਵੱਲ ਤੁਰੇ ਹੋਏ ਹੈ। ਜਿਸ ਤਰ੍ਹਾਂ ਨਵੀਆਂ ਚਿੱਠੀਆਂ ਆ ਰਹੀਆਂ ਵੀ ਇਹ ਲੈਂਡ ਰਿਕਾਰਡ ਚੜਾਓ, ਜਿਹਦੇ ਲੈਂਡ ਹੀ ਜ਼ਿਮੀਂਦਾਰ ਦੇ ਨਾਂ ਨਹੀਂ, ਕੰਮ ਕਰਨ ਵਾਲੇ ਦੇ। ਕੰਮ ਕਰਨ ਵਾਲੇ ਜਾਂ ਤਾਂ ਕੈਨੇਡਾ 'ਚ ਬੈਠੇ, ਅਮਰੀਕਾ 'ਚ ਬੈਠੇ, ਹੋਰ ਕਿਤੇ ਬੈਠੇ ਆ। ਉਸ ਗੱਲ ਨੂੰ ਕੱਲ੍ਹ ਨੂੰ ਜੇ ਫਾਰਮ ਬਣੂਗਾ ਤੇ ਬਾਹਰ ਬੈਠੇ ਬੰਦੇ ਦਾ ਤਾਂ ਬਣਨਾ ਨਹੀਂ, ਕੰਮ ਕਰਨ ਵਾਲੇ ਦਾ ਜੇ ਫਾਰਮ ਬਣਨਾ ਚਾਹੀਦਾ। ਇਹ ਪ੍ਰੋਵੀਜ਼ਨ ਇੱਕ ਬਹੁਤ ਹੀ ਕਿਸਾਨ ਮਾਰੂ, ਆੜਤੀ ਮਾਰੂ, ਮੈਂ ਕਹਿੰਦਾ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ ਇੱਕ ਵਸੀਲਾ ਸਾਬਤ ਹੋਊਗਾ। ਜੇ ਗੌਰਮੈਂਟ ਆਪਦੇ ਇਹ ਕੰਮ ਤੇ ਬਜਦ ਰਹੀ ਤਾਂ ਅਸੀਂ ਵੀ ਜਿਹੜੇ ਬੰਦੇ ਦਿੱਲੀ ਕਿਸਾਨ ਬੈਠੇ ਆ ਮੋਰਚੇ ਤੇ, ਉਹਨਾਂ ਵਾਂਗ ਅਸੀਂ ਵੀ ਮੰਡੀਆਂ ਬੰਦ ਕਰਕੇ ਜਿਹੜਾ ਇਹ ਪ੍ਰੋਟੈਸਟ ਕਰਾਂਗੇ। ਹੁਣ ਤੱਕ ਫਸਲ ਦੀ ਸਰਕਾਰੀ ਖਰੀਦ ਕਿਸਾਨਾਂ ਤੋਂ ਆੜਤੀਏ ਅਤੇ ਆੜਤੀਏ ਤੋਂ ਐਫਸੀਆਈ ਕਰਦੀ ਸੀ, ਜਿਸ ਤੋਂ ਬਾਅਦ ਐਫਸੀਆਈ ਆੜਤੀਆਂ ਨੂੰ ਪੇਮੈਂਟ ਕਰਦੀ ਸੀ, ਜੋ ਬਾਅਦ ਵਿੱਚ ਕਿਸਾਨਾਂ ਕੋਲ ਪਹੁੰਚਦੀ ਸੀ ਅਤੇ ਇਸ ਦੇ ਬਦਲੇ ਆੜਤੀਆਂ ਨੂੰ ਕੁਝ ਕਮਿਸ਼ਨ ਮਿਲਦਾ ਸੀ। ਪਰ ਕੇਂਦਰ ਸਰਕਾਰ ਇਸ ਪੂਰੀ ਪ੍ਰਕਿਰਿਆ ਵਿੱਚੋਂ ਆੜਤੀਆਂ ਦੇ ਰੋਲ ਨੂੰ ਹੀ ਖਤਮ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਸਿਆਸੀ ਧਿਰਾਂ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਨੇ। ਸ਼ੰਕੇ ਪ੍ਰਗਟਾਏ ਜਾ ਰਹੇ ਨੇ ਕਿ ਇਸ ਨਾਲ ਕਿਸਾਨਾਂ ਅਤੇ ਆੜਤੀਆਂ ਵਿਚਾਲੇ ਟਕਰਾਅ ਦੀ ਸਥਿਤੀ ਬਣੇਗੀ। ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਫੈਸਲਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਕਿਸਾਨ ਤੇ ਆੜਤੀਆਂ ਦੇ ਵਿੱਚ ਕਿਤੇ ਨਾ ਕਿਤੇ ਮਤਭੇਦ ਪੈਦਾ ਕਰਕੇ ਆਪਸੀ ਰਿਸ਼ਤਿਆਂ ਨੂੰ ਵਿਗਾੜ ਕੇ ਟਕਰਾਅ ਪੈਦਾ ਕਰਨ ਦੀ ਇੱਕ ਸਾਜ਼ਿਸ਼ ਦਾ ਹਿੱਸਾ ਲੱਗਦਾ। ਜਿੱਥੇ ਤੱਕ ਸਿੱਧੀ ਅਦਾਇਗੀ ਦੀ ਗੱਲ ਹੈ, ਬੇਸ਼ੱਕ ਕਿਸਾਨਾਂ ਦੇ ਵੀ ਇੱਕ ਹਿੱਸੇ ਨੂੰ ਇਹਦਾ ਫਾਇਦਾ ਹੋ ਸਕਦਾ ਬੇਸ਼ੱਕ, ਪਰ ਇਹਦਾ ਜਿਹੜਾ ਹੈ ਜਿੰਨੀ ਦੇਰ ਤੱਕ ਕਿਸਾਨ ਤੇ ਆੜਤੀਏ ਆਪਸ ਵਿੱਚ ਬੈਠ ਕੇ ਆਪਸੀ ਸਹਿਮਤੀ ਨਾਲ ਕੰਸੈਂਸਸ ਨਾਲ ਕੋਈ ਫੈਸਲਾ ਨਹੀਂ ਕਰਦੇ, ਉਨੀ ਦੇਰ ਸਰਕਾਰਾਂ ਨੂੰ ਜ਼ਬਰਦਸਤੀ ਇਹ ਫੈਸਲਾ ਠੋਸਣਾ ਨਹੀਂ ਚਾਹੀਦਾ। 1 ਮਹੀਨੇ ਬਾਅਦ ਫਸਲ ਹੈ ਜਿਹੜੀ ਉਹ ਮੰਡੀਆਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਣੀ ਹੈ ਔਰ ਬਹੁਤ ਵੱਡੀ ਤਰਥੱਲੀ ਹੈ ਜਿਹੜੀ ਮੈਂ ਸਮਝਦਾ ਕਿ ਕਨਫਿਊਜ਼ਨ, ਕਿਓਸ ਹੈ ਜਿਹੜਾ ਉਹ ਪੈਦਾ ਹੋਏਗਾ, ਕਿਉਂਕਿ
ਨੰਬਰ 1 ਤਾਂ ਕਿਸੇ ਕਿਸਾਨ ਜਾਂ ਆੜ੍ਹਤੀ ਵੀਰ ਨੇ ਸਰਕਾਰ ਤੋਂ ਇਹ ਮੰਗ ਨਹੀਂ ਕੀਤੀ ਗਈ ਕਿ ਕਿਸਾਨਾਂ ਦੇ ਖਾਤੇ ਦੇ ਵਿੱਚ ਸਿੱਧਾ ਪੈਸਾ ਆਵੇ। ਦੂਜੀ, ਤਕਰੀਬਨ 60-65 ਸਾਲਾਂ ਤੋਂ ਮੰਡੀਕਰਨ ਸਿਸਟਮ ਦਾ ਕਿਸਾਨਾਂ ਔਰ ਆੜ੍ਹਤੀਆਂ ਦਾ 9 ਮਾਸ ਦਾ ਰਿਸ਼ਤਾ ਜਿਹੜਾ ਉਹ ਬੜੇ ਲੰਮੇ ਸਮੇਂ ਤੋਂ ਔਰ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ, ਉਸ ਨੂੰ ਤਹਿਸ-ਨਹਿਸ ਕਰਨ ਦੇ ਵਿੱਚ ਕੇਂਦਰ ਸਰਕਾਰ ਲੱਗੀ ਹੋਈ ਹੈ। ਉਧਰ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਸੁਸਤ ਰਵੱਈਏ ਦੀ ਵੀ ਜੰਮ ਕੇ ਆਲੋਚਨਾ ਹੋ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਾ ਸਿਰਫ ਕੇਂਦਰ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ, ਸਗੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਹੁਣ ਤੱਕ ਕੋਈ ਕਦਮ ਨਾ ਚੁੱਕਣ ਤੇ ਤੰਜ ਕੱਸਿਆ। ਪਹਿਲੇ ਡਾਇਰੈਕਟ ਪੇਮੈਂਟ ਕਰਕੇ ਆੜਤੀਆਂ ਨੂੰ ਆਊਟ ਕੀਤਾ, ਇਸ ਵਾਰੀ FCI ਨੇ ਕਹਿ ਦਿੱਤਾ ਹੈ ਕਿ ਕਿਸਾਨ ਨੂੰ ਡਾਇਰੈਕਟ ਪੇਮੈਂਟ ਉਸੇ ਕਿਸਾਨ ਨੂੰ ਹੋਊਗੀ ਜਿਹੜਾ ਆਪਣੇ ਜ਼ਮੀਨ ਦੇ ਲੈਂਡ ਰਿਕਾਰਡ ਅਪਲੋਡ ਕਰੂਗਾ। ਇਹਦਾ ਮਤਲਬ 40% ਸਾਡੇ ਪੰਜਾਬ 'ਚ ਜਿਹੜੇ ਠੇਕੇ 'ਚ ਜ਼ਮੀਨ ਲੈਂਦੇ ਨੇ, ਛੋਟੇ ਕਿਸਾਨ ਅੱਧਾ ਕਿੱਲਾ 1 ਕਿੱਲਾ ਲੈ ਕੇ ਠੇਕੇ ਲੈਂਦੇ ਨੇ, ਉਹਨਾਂ ਦੇ ਪੈਸੇ ਤਾਂ ਮਿਲਣਗੇ ਨਹੀਂ ਕਿਉਂਕਿ ਉਹਨਾਂ ਨੂੰ ਜ਼ਮੀਨ ਹੀ ਨਹੀਂ ਹੈਗੀ। ਇਹ ਕਿੰਨਾ ਕੁਝ ਹੋ ਰਿਹਾ ਹੈਗਾ, ਲੇਕਿਨ ਸੂਬੇ ਦੀ ਸਰਕਾਰ ਸੁੱਤੀ ਪਈ ਹੈ। ਕੌਣ ਜਾ ਕੇ ਪੈਰਵਾਈ ਕਰ ਰਿਹਾ ਹੈ? ਇਹ ਕਿਸਾਨਾਂ ਦੀ ਲੜਾਈ ਕੌਣ ਲੜੂਗਾ? ਜੇ ਇਹਨਾਂ ਗੱਲਾਂ ਬਾਰੇ ਮੈਨੂੰ ਪਤਾ ਹੈਗਾ, ਮੈਂ ਤਾਂ ਇਕੱਲੇ ਇੱਕ ਮੈਂਬਰ ਆਫ ਪਾਰਲੀਮੈਂਟ ਹੈਗੀ, ਕਿ ਸੂਬੇ ਦੀ ਸਰਕਾਰ ਨੂੰ ਨਹੀਂ ਪਤਾ ਕਿ FCI ਨੇ ਨਵਾਂ ਕਾਨੂੰਨ ਨਿਕਾਲਤਾ ਹੈ ਕਿ ਜ਼ਮੀਨ ਦਾ ਤੁਸੀਂ ਦੱਸੋਗੇ ਤਾਂ ਹੀ ਤੁਹਾਨੂੰ ਫਸਲ ਚੱਕੀ ਜਾਊ, ਤੇ ਬਾਕੀਆਂ ਦੇ 40% ਲੋਕਾਂ ਦੀ ਫਸਲ ਕੌਣ ਚੱਕੂਗਾ ਜੇ ਸਰਕਾਰੀ ਖਰੀਦ ਉਹਨਾਂ ਦੀ ਨਹੀਂ ਹੋਗੀ? ਕਿੰਨੀ ਵੱਡੀ ਸਮੱਸਿਆ, ਬਾਰਦਾਨਾ ਨਹੀਂ ਹੈਗਾ, ਜ਼ਮੀਨ ਤੋਂ ਬਿਨਾਂ ਤੁਹਾਡੀ ਫਸਲ ਨਹੀਂ ਚੱਕੀ ਜਾਊਗੀ। ਆੜਤੀਆਂ ਨੂੰ ਆਪਣੇ ਆੜਤੀਆਂ ਜਿਹੜੇ ਮਦਦ ਕਰਦੇ ਨੇ ਕਿਸਾਨ ਦੀ, ਜਿਹਦੇ ਕਰਕੇ ਉਹਨਾਂ ਨੂੰ ਆਪਣੀ ਫਸਲ ਦੀ ਉਹ ਨਹੀਂ ਮਿਲੂਗਾ। ਪੰਜਾਬ ਦਾ ਤਾਂ ਸਾਰਾ ਸਿਸਟਮ ਵਿਗੜ ਜਾਊਗਾ। ਤੇ ਕੈਪਟਨ ਸਾਹਿਬ ਫਾਰਮ ਹਾਊਸ 'ਚ ਬੈਠੇ ਹੋਏ ਨੇ, ਐਸ਼ੀਆਂ ਕਰ ਰਹੇ ਨੇ। ਦਾਅਵਾ ਕੀਤਾ ਜਾ ਰਿਹਾ ਕਿ ਹੁਣ ਤੱਕ ਕੇਂਦਰ ਸਰਕਾਰ ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ਲਈ ਤਕਰੀਬਨ 1400 ਕਰੋੜ ਰੁਪਏ ਸਾਲਾਨਾ ਆੜਤੀਆਂ ਦੇ ਕਮਿਸ਼ਨ ਦੇ ਤੌਰ ਤੇ ਖਰਚ ਕਰ ਰਹੀ ਹੈ। ਪਰ ਸਵਾਲ ਇਹ ਹੈ ਕਿ ਇਹ ਰਕਮ ਬਚਾਉਣ ਦੇ ਲਈ ਦੇਸ਼ ਦੇ ਲੱਖਾਂ ਆੜਤੀਆਂ ਅਤੇ ਠੇਕੇ ਤੇ ਜ਼ਮੀਨ ਲੈ ਕੇ ਕੰਮ ਕਰਨ ਵਾਲੇ ਕਿਸਾਨਾਂ ਦੇ ਕੰਮ ਨੂੰ ਠੱਪ ਕਰਨਾ ਕੀ ਸਹੀ ਕਦਮ ਹੋਏਗਾ? ਬਿਊਰੋ ਰਿਪੋਰਟ, PTC ਨਿਊਜ਼।